ਨਿਮਰਤਾ ਸਾਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਮਾਈ ਭਾਈ ਸਾਵਧਾਨ ਇਕਾਗਰ ਚਿਤ ਹੋ ਕੇ ਰਸਨਾ ਪਵਿੱਤਰ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਹ ਸ਼ੁਭ ਸਮਾਂ ਗੁਰੂ ਕੀ ਸੰਗਤ ਕਰਨ ਦਾ ਸਾਨੂੰ ਸਾਰਿਆਂ ਨੂੰ ਹੀ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਵਿੱਚ ਮਨ ਕਰਕੇ ਹਾਜ਼ਰੀ ਲੱਗਦੀ ਹੈ। ਜੇ ਸਰੀਰ ਕਰਕੇ ਇੱਥੇ ਬੈਠੇ ਰਹੀਏ, ਮਨ ਦੀ ਇਕਾਗਰਤਾ ਨਾ ਹੋਵੇ ਤਾਂ ਹੋ ਸਕਦਾ ਗੈਰ ਹਾਜ਼ਰੀ ਹੀ ਲੱਗ ਜਾਵੇ। ਜਿੰਨਾ ਚਿਰ ਵੀ ਗੁਰੂ ਕੀ ਸੰਗਤ ਵਿੱਚ ਬੈਠਣਾ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਹੈ ਸਾਡੇ ਸਾਰਿਆਂ ਵਾਸਤੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਜੀਵਨ ਜ਼ਿੰਦਗੀ ਦਾ ਬੜਾ ਕੀਮਤੀ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਇਹ ਸਮਾਂ ਇੰਨਾ ਕੀਮਤੀ ਸਮਾਂ ਹੈ, ਜੇ ਕਿਸੇ ਸਰੀਰ ਵਿੱਚੋਂ ਸਵਾਸ ਮੁੱਕ ਜਾਣ, ਯਤਨ ਕਰੀਏ, ਕਰੋੜਾਂ ਧਨ ਖਰਚ ਕਰਕੇ ਸਾਰਾ ਕੁਝ ਦੇ ਬਦਲੇ ਵਿੱਚ ਇੱਕ ਸਵਾਸ ਇਸ ਸਰੀਰ ਨੂੰ ਮਿਲ ਜਾਵੇ ਤਾਂ ਇਹਦੇ ਨਾਲ ਇੱਕ ਗੱਲ ਕਰਕੇ ਦੇਖ ਲਈਏ। ਇੱਕ ਵੀ ਸਵਾਸ ਕਿਸੇ ਕੀਮਤ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਖਰੀਦਿਆ ਨਹੀਂ ਜਾ ਸਕਦਾ। ਇੰਨੇ ਇਹ ਕੀਮਤੀ ਹਨ ਸਵਾਸ, ਇੰਨਾ ਕੀਮਤੀ ਹੈ ਜੀਵਨ ਜ਼ਿੰਦਗੀ ਦਾ ਸਮਾਂ। ਸਤਿਗੁਰੂ ਜੀ ਹੁਕਮ ਕਰਦੇ ਹਨ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਲਥ ਦਾਮ। ਧਨ ਧਨ ਤੇ ਜਨ ਜਿਹ ਘਟ ਵਸਿਓ ਹਰ ਨਾਉ, ਨਾਨਕ ਤਾਂ ਕੈ ਬਲ ਬਲ ਜਾਓ। ਗੁਰੂ ਕੀ ਬਾਣੀ ਪੜ੍ਹਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ, ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਕੀ ਬਾਣੀ ਦੀ ਕਥਾ ਕੀਰਤਨ ਸਰਵਣ ਕਰਦਿਆਂ ਹੋਇਆਂ ਜਿਹੜਾ ਸਮਾਂ ਬਤੀਤ ਹੁੰਦਾ ਹੈ, ਉਹ ਸਮਾਂ ਸਾਡਾ ਸਫਲ ਹੈ, ਉਹ ਸਵਾਸ ਸਾਡੇ ਸਫਲ ਹਨ। ਆਪ ਜੀ ਨੇ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਹਰਦੇਵ ਸਿੰਘ ਜੀ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤ ਰੂਪ ਕਥਾ ਸਰਵਣ ਕੀਤੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਉਹ ਤਾਂ ਭਾਵੇਂ ਸਾਰੀ ਉਮਰ ਹੀ ਸੁਣਦੇ ਰਹੀਏ, ਜੇ ਮੰਨਣ ਦਾ ਯਤਨ ਨਾ ਕਰੀਏ, ਧਾਰਨ ਕਰਨ ਦਾ ਯਤਨ ਨਾ ਕਰੀਏ, ਤਾਂ ਫਿਰ ਇਸ ਤਰ੍ਹਾਂ ਹੀ ਸਮਝੋ ਜਿਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰਦੇ ਹਨ, ਕਬੀਰ ਸਤਿਗੁਰ ਪੂਰਾ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਐ ਫੂਕ।
ਜੇ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਵਿੱਚ ਦੀ ਬਾਹਰ ਕੱਢ ਦਈਏ, ਮੰਨਣ ਦਾ ਯਤਨ ਨਾ ਕਰੀਏ, ਆਪਣੇ ਹਿਰਦੇ ਵਿੱਚ ਧਾਰਨ ਕਰਕੇ ਉਹਦੇ ਅਨੁਸਾਰ ਜੀਵਨ ਬਣਾਉਣ ਦਾ ਯਤਨ ਨਾ ਕਰੀਏ, ਤਾਂ ਜਿਸ ਤਰ੍ਹਾਂ ਬਾਂਸ ਵਿੱਚ ਫੂਕ ਮਾਰਦੇ ਹਾਂ, ਦੂਸਰੇ ਪਾਸੇ ਨਿਕਲ ਜਾਂਦੀ ਹੈ, ਬਾਂਸ ਖਾਲੀ ਦਾ ਖਾਲੀ ਹੀ ਰਹਿ ਜਾਂਦਾ ਹੈ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਇੱਕ ਸ਼ਬਦ, ਗੁਰੂ ਕੀ ਬਾਣੀ ਦੀ ਇੱਕ ਤੁਕ, ਜੇ ਸ਼ਰਧਾ ਸਤਿਕਾਰ ਸਹਿਤ ਸਾਵਧਾਨ ਇਕਾਗਰ ਚਿੱਤ ਹੋ ਕਰਕੇ ਸਤਿਗੁਰੂ ਜੀ ਦਾ ਇੱਕ ਪਵਿੱਤਰ ਬਚਨ ਸੁਣ ਕੇ, ਮੰਨ ਕੇ, ਆਪਣੇ ਹਿਰਦੇ ਵਿੱਚ ਧਾਰਨ ਕਰਕੇ ਉਹਦੇ ਅਨੁਸਾਰ ਆਪਣਾ ਜੀਵਨ ਬਣਾ ਲੈਂਦੇ ਹਾਂ, ਤਾਂ ਇੱਕ ਤੁਕ ਨਾਲ ਹੀ, ਇੱਕ ਸ਼ਬਦ ਨਾਲ ਹੀ, ਇੱਕ ਅੱਖਰ ਨਾਲ ਹੀ ਸਾਡੀ ਜੀਵਨ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ ਹੈ, ਸਾਡਾ ਜਨਮ ਸਫਲ ਹੋ ਸਕਦਾ ਹੈ। ਸਤਿਗੁਰੂ ਜੀ ਹੁਕਮ ਕਰਦੇ ਹਨ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਆਪ ਗੁਰੂ ਰੂਪ ਸਾਧ ਸੰਗਤ ਜੀ ਨੇ, ਪ੍ਰਬੰਧਕ ਜਨ ਗੁਰਮੁਖ ਪਿਆਰਿਆਂ ਨੇ ਮਿਲ ਕੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਅਤੇ ਬਲ ਦੇ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਐਸੇ ਮਹਾਨ ਸਤਿਗੁਰੂ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ ਜੀ ਦਾ ਪਵਿੱਤਰ ਸ਼ੁਭ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਰਲ ਕੇ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸ਼ੁਭ ਪ੍ਰਕਾਸ਼ ਉਤਸਵ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਖੁਸ਼ੀਆਂ ਅਤੇ ਵਧਾਈਆਂ ਹੋਣ। ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪਣੇ ਪਵਿੱਤਰ ਰਸਨਾ ਦੁਆਰਾ ਸਾਡੇ ਪ੍ਰਤੀ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਬਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਹ ਹਰ ਸਿਮਰਨ ਪਾਇਆ, ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰ ਇਹ ਮਤ ਦੇਤੀ, ਜਪ ਹਰ ਭਵ ਜਲ ਤਰਨਾ। ਗੜ ਕੇ ਆਖੋ ਸਤਨਾਮ ਵਾਹਿਗੁਰੂ। ਸਾਹਿਬ ਸਤਿਗੁਰੂ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪਵਿੱਤਰ ਬਚਨ ਕਰਦੇ ਹਨ।
ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਬਸ ਹੈ ਕਾਮ ਧੇਨਾ। ਕਿਉਂਕਿ ਸਾਰਾ ਸੰਸਾਰ ਹੀ ਅੱਠੇ ਪੈਰ 24 ਘੰਟੇ ਦਿਨੇ ਰਾਤ ਆਪਣੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਸਤੇ, ਆਪਣਿਆਂ ਸੰਕਲਪਾਂ ਨੂੰ ਪੂਰਨ ਕਰਨ ਵਾਸਤੇ ਯਤਨ ਕਰਦਾ ਰਹਿੰਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਹੁਕਮ ਕਰਦੇ ਹਨ ਕਿ ਯਤਨ ਤਾਂ ਕਰਦਾ ਹੈ ਮਨੁੱਖ ਆਪਣੀਆਂ ਇੱਛਾਵਾਂ, ਆਪਣਿਆਂ ਮਨੋਰਥਾਂ ਨੂੰ ਪੂਰਨ ਕਰਨ ਵਾਸਤੇ, ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਸੁਖ ਮੰਗਤ ਦੁੱਖ ਆਗਾ ਆਵੈ, ਸੋ ਸੁਖ ਹਮੋ ਨ ਮੰਗਿਆ ਭਾਵੈ। ਕਿਉਂਕਿ ਤ੍ਰਿਸ਼ਨਾ ਰੂਪੀ ਅੱਗ ਹਰ ਇਨਸਾਨ ਦੇ ਅੰਦਰ ਹਰ ਵੇਲੇ ਪਰ ਜਵਾਲਤ ਰਹਿੰਦੀ ਹੈ। ਜੇ ਅੱਗ ਨੂੰ ਬੁਝਾਉਣ ਵਾਸਤੇ ਉਸ ਦੇ ਉੱਪਰ ਸੁੱਕੀਆਂ ਲੱਕੜਾਂ, ਘਿਓ ਆਦਿ ਲਿਆ ਕੇ ਉਸ ਵਿੱਚ ਪਾ ਦਈਏ ਤਾਂ ਇਹ ਸਮਝੀਏ ਕਿ ਅੱਗ ਬੁਝ ਜਾਵੇਗੀ, ਸ਼ਾਂਤ ਹੋ ਜਾਵੇਗੀ, ਤਾਂ ਐਸਾ ਕਦਾਚਿਤ ਨਹੀਂ ਹੋ ਸਕਦਾ। ਅੱਗ ਸ਼ਾਂਤ ਹੋਣ ਦੀ ਬਜਾਏ, ਬੁਝਣ ਦੀ ਬਜਾਏ ਹੋਰ ਲਾਟਾਂ ਨਿਕਲਦੀਆਂ ਹਨ, ਭਾਂਬੜ ਮੱਚਦੇ ਹਨ। ਤ੍ਰਿਸ਼ਨਾ ਰੂਪੀ ਅੱਗ ਨੂੰ ਬੁਝਾਉਣ ਵਾਸਤੇ ਮਾਇਕੀ ਪਦਾਰਥਾਂ ਦੀ ਦੌੜ ਵਿੱਚ 24 ਘੰਟੇ ਇਹ ਇਨਸਾਨ ਲੱਗਾ ਰਹਿੰਦਾ ਹੈ। ਸੁੱਖਾਂ ਦੇ ਸਾਧਨ ਇਕੱਠੇ ਕਰਨ ਵਾਸਤੇ ਹਰ ਵੇਲੇ 24 ਘੰਟੇ ਇਹਦੀ ਦੌੜ ਲੱਗੀ ਰਹਿੰਦੀ ਹੈ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਹੁਕਮ ਕਰਦੇ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੂਝੀ ਹੈ। ਤ੍ਰਿਸ਼ਨਾ ਰੂਪੀ ਅੱਗ ਬੁਝਦੀ ਨਹੀਂ, ਜੋ ਕੁਛ ਚਾਹੁੰਦਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਫਿਰ ਹੋਰ ਤ੍ਰਿਸ਼ਨਾ ਰੂਪੀ ਅੱਗ ਵੱਧ ਜਾਂਦੀ ਹੈ। ਹੁਣ ਇਹਦੇ ਨਾਲ ਅਮਕੇ ਜੋ ਸਾਧਨ ਹਨ ਇਹ ਵੀ ਜ਼ਰੂਰੀ ਹਨ। ਫਿਰ ਉਹਨਾਂ ਨੂੰ ਪੈਦਾ ਕਰਨ ਵਾਸਤੇ, ਬਣਾਉਣ ਵਾਸਤੇ ਯਤਨ ਕਰਨਾ ਆਰੰਭ ਕਰ ਦਿੰਦਾ ਹੈ। ਸਾਰਾ ਜੀਵਨ ਜ਼ਿੰਦਗੀ ਦਾ ਸਮਾਂ ਇਸ ਤਰ੍ਹਾਂ ਹੀ ਇਹਦਾ ਮੁੱਕ ਜਾਂਦਾ ਹੈ, ਬਤੀਤ ਹੋ ਜਾਂਦਾ ਹੈ। ਜਿਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜੀਵ ਦੀ ਦਸ਼ਾ ਦੱਸਦੇ ਹਨ ਕਿ ਕੀ ਦਸ਼ਾ ਹੈ। ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ, ਗਤ ਬਿਨ ਰਹਿਣ ਬਿਹਈ ਹੈ। ਸਿਆਲ ਦੇ ਦਿਨਾਂ ਵਿੱਚ ਚੰਦਰਮੇ ਦੀ ਚਮਕਦੀ ਹੋਈ ਚਾਂਦਨੀ ਅੰਦਰ ਬਾਂਦਰ ਜਿਹੜਾ ਹੈ ਉਹ ਜੰਗਲ ਵਿੱਚੋਂ ਬਾਹਰ ਨਿਕਲਦਾ, ਦੇਖਦਾ ਹੈ ਚਾਰ ਚੁਫੇਰਾ, ਤੱਕਦਾ ਹੈ ਫਸਲ ਦੇ ਉੱਪਰ ਤਰੇਲ ਦੀਆਂ ਬੂੰਦਾਂ ਚਮਕ ਰਹੀਆਂ ਹਨ, ਪਾਣੀ ਦੀਆਂ ਬੂੰਦਾਂ ਚਮਕ ਰਹੀਆਂ ਹਨ। ਉਸ ਨੂੰ ਪ੍ਰਤੀਤ ਇਉਂ ਹੁੰਦਾ ਹੈ ਕਿ ਇਹ ਸੁੱਚੇ ਮੋਤੀ ਹਨ। ਪਾਣੀ ਦੀਆਂ ਬੂੰਦਾਂ ਨੂੰ ਸੁੱਚੇ ਮੋਤੀ ਸਮਝ ਕੇ ਅਗਾਹਾਂ ਹੱਥ ਵਧਾ ਕੇ ਯਤਨ ਕਰਦਾ ਹੈ ਪਕੜਨ ਦਾ। ਹੱਥ ਵਿੱਚ ਕੁਝ ਵੀ ਨਹੀਂ ਆਉਂਦਾ,
ਵਾਸਤਵ ਵਿੱਚ ਉਹ ਮੋਤੀ ਨਹੀਂ ਹੁੰਦੇ, ਉਹ ਤਾਂ ਤਰੇਲ ਦੀਆਂ ਪਾਣੀ ਦੀਆਂ ਬੂੰਦਾਂ ਹੁੰਦੀਆਂ ਹਨ। ਹੱਥ ਵਿੱਚ ਕੀ ਆਉਣਾ ਹੈ? ਸਾਰੀ ਰਾਤ ਇਸ ਤਰ੍ਹਾਂ ਹੀ ਖਪਦਾ ਰਹਿੰਦਾ। ਪਾਣੀ ਦੀਆਂ ਬੂੰਦਾਂ ਨੂੰ ਸੁੱਚੇ ਮੋਤੀ ਸਮਝ ਕੇ ਪਕੜਨ ਦਾ ਯਤਨ ਕਰਦਾ ਰਹਿੰਦਾ ਹੈ, ਪਰ ਸਾਰੀ ਰਾਤ ਮੁੱਕ ਜਾਂਦੀ ਹੈ। ਦਿਨ ਚੜ੍ਹ ਜਾਂਦਾ ਹੈ, ਨਿਰਾਸ਼ ਹੋ ਕੇ, ਥੱਕ ਕੇ, ਟੁੱਟ ਕੇ ਖਾਲੀ ਹੱਥੀਂ ਵਾਪਸ ਪਰਤ ਜਾਂਦਾ ਹੈ। ਹੱਥ ਵਿੱਚ ਕੁਝ ਵੀ ਨਹੀਂ ਆਉਂਦਾ, ਸਾਰਾ ਹੀ ਸਮਾਂ ਵਿਅਰਥ ਗਵਾ ਕੇ ਇੱਕ ਮਨ ਵਿੱਚ ਨਿਰਾਸ਼ਤਾ ਲੈ ਕੇ ਵਾਪਸ ਪਰਤ ਜਾਂਦਾ ਹੈ। ਇਸ ਤਰ੍ਹਾਂ ਹੀ ਜੀਵ ਦੀ ਦਸ਼ਾ ਹੈ। ਇਹ ਝੂਠੇ ਪਦਾਰਥਾਂ ਨੂੰ, ਨਾ ਰਹਿਣ ਵਾਲੀਆਂ ਵਸਤੂਆਂ ਨੂੰ ਸਦੀਵੀ ਸਮਝ ਕੇ, ਸੱਚੇ ਸਮਝ ਕੇ ਪਕੜਨ ਦਾ ਯਤਨ ਕਰਦਾ ਰਹਿੰਦਾ ਹੈ। ਜੋ ਸਦੀਵੀ ਸੁੱਖ ਹੈ, ਉਹ ਤੋਂ ਭਟਕ ਕੇ ਝੂਠੇ ਸੁੱਖਾਂ ਨੂੰ ਪ੍ਰਾਪਤ ਕਰਨ ਦੇ ਯਤਨ ਕਰਦਾ ਰਹਿੰਦਾ ਹੈ। ਉਹਨਾਂ ਨੂੰ ਸਦੀਵੀ ਸਮਝ ਕੇ ਉਹਨਾਂ ਦੀ ਪ੍ਰਾਪਤੀ ਵਿੱਚ ਹੀ ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਹੀ ਇਹਦਾ ਸਾਰਾ ਜੀਵਨ, ਜ਼ਿੰਦਗੀ ਦਾ ਸਮਾਂ, ਉਮਰ ਰੂਪੀ ਰਾਤ ਮੁੱਕ ਜਾਂਦੀ ਹੈ, ਸਮਾਪਤ ਹੋ ਜਾਂਦਾ ਹੈ। ਵਾਪਸ ਜਦੋਂ ਪਰਲੋਕ ਦੀ ਤਿਆਰੀ ਹੋ ਜਾਂਦੀ ਹੈ, ਉਸ ਵੇਲੇ ਇਹਦੇ ਪਾਸ ਇੱਕ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਸਤਿਗੁਰੂ ਜੀ ਹੁਕਮ ਕਰਦੇ ਹਨ, ਕਹੈ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਜੂਆ ਖੇਡਣ ਵਾਲੇ ਲੋਕ ਘਰੋਂ ਧਨ ਲੈ ਜਾਂਦੇ ਹਨ, ਪੈਸੇ ਲੈ ਜਾਂਦੇ ਹਨ, ਜਾ ਕੇ ਸਾਰਾ ਦਿਨ ਜੂਆ ਖੇਡਦੇ ਰਹਿੰਦੇ ਹਨ। ਘਰੋਂ ਜੋ ਲਿਜਾਇਆ ਹੋਇਆ ਧਨ ਸਾਰਾ ਹੀ ਜੂਏ ਵਿੱਚ ਵਿਅਰਥ ਗਵਾ ਕੇ ਜਦੋਂ ਸ਼ਾਮ ਪੈਂਦੀ ਹੈ, ਵਾਪਸ ਘਰ ਨੂੰ ਪਰਤਣ ਲੱਗਦੇ ਹਨ। ਉਸ ਵੇਲੇ ਉਹਨਾਂ ਦੇ ਪਾਸ ਕੇਵਲ ਇੱਕ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਦੋਨੋਂ ਹੱਥ ਝਾੜ ਕੇ ਖਾਲੀ ਹੱਥੀਂ ਵਾਪਸ ਆਪਣੇ ਘਰ ਨੂੰ ਪਰਤ ਆਉਂਦੇ ਹਨ। ਸਾਨੂੰ ਸਾਰਿਆਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਵਾਸਾਂ ਰੂਪੀ ਪੂੰਜੀ, ਸਵਾਸਾਂ ਰੂਪੀ ਧਨ ਦੇ ਕੇ ਇੱਥੇ ਸੰਸਾਰ ਤੇ ਭੇਜਿਆ ਹੈ, ਲਾਹਾ ਲੈਣ ਵਾਸਤੇ, ਲਾਭ ਖੱਟਣ ਵਾਸਤੇ। ਲਾਹਾ ਕੀ ਲੈਣਾ ਹੈ? ਸਤਿਗੁਰੂ ਜੀ ਹੁਕਮ ਕਰਦੇ ਹਨ, ਜਿਸ ਵਖ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਾਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਾਪਾਰ ਬਿਰਲਾ ਵਾਪਾਰੈ, ਨਾਨਕ ਤਾਂ ਕੈ ਸਾਧ ਬਲਿਹਾਰੈ। ਸਵਾਸਾਂ ਰੂਪੀ ਪੂੰਜੀ ਦੇ ਨਾਲ ਸੇਵਾ ਗੁਰੂ ਕੀ ਅਤੇ ਸਿਮਰਨ ਰੂਪੀ ਸੱਚਾ ਧਨ ਇਕੱਠਾ ਕਰਨਾ ਹੈ। ਇਹੋ ਲਾਹਾ ਲੈਣ ਵਾਸਤੇ ਆਏ ਹਨ ਸੰਸਾਰ ਤੇ। ਸਤਿਗੁਰੂ ਜੀ ਕਹਿੰਦੇ ਹਨ, ਜੋ ਐਸਾ ਵਪਾਰ ਕਰਦੇ ਹਨ ਉਹ ਬਿਰਲੇ ਹੀ ਹਨ। ਗੁਰਮੁਖ ਜਿਹੜੇ ਸਤਿਗੁਰੂ ਜੀ ਦੇ ਚਰਨੀ ਲੱਗ ਕੇ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਜਿਨ੍ਹਾਂ ਦੇ ਹਿਰਦੇ ਰੂਪ ਘਰ ਵਿੱਚੋਂ ਅਗਿਆਨਤਾ ਰੂਪੀ ਹਨੇਰਾ ਦੂਰ ਹੋ ਗਿਆ ਹੈ ਅਤੇ ਗਿਆਨ ਰੂਪੀ ਪ੍ਰਕਾਸ਼ ਹੋ ਗਿਆ ਹੈ,
ਉਹ ਸਾਰੇ ਸੰਸਾਰ ਦੇ ਮਾਇਕੀ ਪਦਾਰਥਾਂ ਨੂੰ ਮਿਥਿਆ ਸਮਝ ਕੇ ਇਹ ਸੱਚਾ ਵਪਾਰ ਕਰਦੇ ਹਨ। ਸੇਵਾ ਤੇ ਸਿਮਰਨ ਰੂਪੀ ਸੱਚਾ ਧਨ ਇਕੱਠਾ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਅਸੀਂ ਉਹਨਾਂ ਤੋਂ ਵਲਿਹਾਰਨੇ ਜਾਂਦੇ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਹੁਕਮ ਕਰਦੇ ਹਨ, ਪ੍ਰਾਣੀ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਹੇ ਜੀਵ, ਹੇ ਇਨਸਾਨ, ਹੇ ਪ੍ਰਾਣੀ, ਤੂੰ ਲਾਹਾ ਲੈਣ ਵਾਸਤੇ ਆਇਆ ਹੈ। ਤੇਰੀ ਉਮਰ ਰੂਪੀ ਰਾਤ ਮੁੱਕਦੀ ਜਾ ਰਹੀ ਹੈ। ਝੂਠਿਆਂ ਧੰਦਿਆਂ ਵਿੱਚ ਖਚਤ ਹੋ ਕੇ ਤੈਨੂੰ ਕਦੀ ਚੇਤਾ ਨਹੀਂ ਆਇਆ ਕਿ ਸਦਾ ਵਾਸਤੇ ਮੈਂ ਇੱਥੇ ਰਹਿਣਾ ਨਹੀਂ। ਸੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਹੁਕਮ ਕਰਦੇ ਹਨ, ਹੇ ਇਨਸਾਨ, ਹੇ ਮਨੁੱਖ, ਹੇ ਜੀਵ, ਜੇ ਤੂੰ ਆਪਣੀਆਂ ਇੱਛਾਵਾਂ ਦੀ ਪੂਰਤੀ ਚਾਹੁੰਦਾ ਹੈ, ਆਪਣੀਆਂ ਇੱਛਾ ਨੂੰ ਪੂਰਨ ਕਰਨਾ ਚਾਹੁੰਦਾ ਹੈ, ਤਾਂ ਤੈਨੂੰ ਇੱਕ ਸਾਧਨ ਦੱਸਦੇ ਹਾਂ। ਕਿਉਂਕਿ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲੇ, ਸਾਰੇ ਸੁੱਖਾਂ ਨੂੰ ਦੇਣ ਵਾਲੇ, ਸਾਰੇ ਸੁੱਖਾਂ ਦੇ ਦਾਤੇ ਤਾਂ ਜੋ ਹਰ ਜਗ੍ਹਾ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ। ਜੋ ਸਭ ਨੂੰ ਹਰਾ ਭਰਾ ਕਰਨ ਵਾਲਾ ਹੈ, ਜੋ ਸਭ ਦਾ ਪ੍ਰਕਾਸ਼ਕ ਹੈ, ਜੋ ਸਭ ਨੂੰ ਜੀਵਨ ਦਾਨ ਦੇਣ ਵਾਲਾ ਵਾਹਿਗੁਰੂ ਹੈ। ਜਾਂ ਕੈ ਵਸ ਹੈ ਕਾਮ ਤੇ ਨਾ, ਜਿਸ ਵਾਹਿਗੁਰੂ ਜੀ ਦੇ ਵਸ ਵਿੱਚ ਸਾਰੀਆਂ ਹੀ ਸ਼ਕਤੀਆਂ ਹਨ। ਕਾਮ ਧੇਨ, ਪਾਰ ਜਾਤ, ਹਰ ਰੁੱਖ, ਇਹ ਸਾਰੀਆਂ ਸ਼ਕਤੀਆਂ ਪਰਮੇਸ਼ਰ ਵਾਹਿਗੁਰੂ ਜੀ ਦੇ ਵਸ ਵਿੱਚ ਹਨ। ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲੇ ਅਤੇ ਸਾਰੇ ਹੀ ਸੁੱਖਾਂ ਨੂੰ ਦੇਣ ਵਾਲੇ, ਸਾਰੇ ਸੁੱਖਾਂ ਦੇ ਦਾਤੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਪ ਹਨ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਹੇ ਮੇਰੇ ਜੀਵ, ਹੇ ਮੇਰੇ ਮਨ, ਹੇ ਪ੍ਰਾਣੀ, ਉਹ ਐਸਾ ਜੋ ਹਰੀ ਪਰਮੇਸ਼ਰ ਵਾਹਿਗੁਰੂ ਹੈ, ਜੋ ਸਾਰੇ ਸੁੱਖਾਂ ਦੇ ਦੇਣ ਵਾਲਾ ਹੈ, ਸਾਰੀਆਂ ਹੀ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ ਅਤੇ ਜਿਹਦੀ ਆਗਿਆ ਵਿੱਚ ਸਾਰੀਆਂ ਹੀ ਸ਼ਕਤੀਆਂ ਹੱਥ ਬੰਨ੍ਹ ਕੇ ਖੜੀਆਂ ਹਨ। ਸੋ ਐਸੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਧਿਆਉਣਾ ਕਰ। ਧਿਆਨ ਨਾਲ ਧਿਆਉਣਾ ਹੁੰਦਾ ਹੈ, ਰਸਨਾ ਨਾਲ ਜਪਣਾ ਹੁੰਦਾ ਹੈ। ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ, ਤਾਂ ਫੇਰ ਕੀ ਹੋਵੇਗਾ? ਤਾਂ ਤੈਨੂੰ ਸਾਰੇ ਹੀ ਸੁਖ ਲੋਕ ਅਤੇ ਪਰਲੋਕ ਦੇ ਪ੍ਰਾਪਤ ਹੋਣਗੇ। ਤੇਰੇ ਸਾਰੇ ਹੀ ਦੁੱਖਾਂ ਦੀ ਨਿਵਰਤੀ ਹੋਵੇਗੀ। 3 ਪ੍ਰਕਾਰ ਦੇ ਦੁੱਖ ਹਨ ਸਾਧ ਸੰਗਤ ਜੀ। ਆਦ, ਵਿਆਦ, ਉਪਾਦ। ਆਦ ਉਹ ਹਨ ਜੋ ਮਾਨਸਿਕ ਦੁੱਖ ਹਨ। ਸਰੀਰ ਤਾਂ ਬੜਾ ਸੁਖੀ ਹੈ, ਸਾਰੇ ਸੁੱਖਾਂ ਦੇ ਸਾਧਨ ਵੀ ਹਨ, ਪਰ ਮਨ ਸੁਖੀ ਨਹੀਂ, ਮਨ ਦੁਖੀ ਹੈ, ਕਿਸੇ ਲੇਖੇ ਵਿੱਚ ਨਹੀਂ, ਸਭ ਵਿਅਰਥ ਹਨ। ਜੇ ਮਨ ਹੀ ਸੁਖੀ ਨਹੀਂ, ਮਨ ਹੀ ਦੁਖੀ ਹੈ, ਤਾਂ ਕਿਸ ਲੇਖੇ ਵਿੱਚ ਹਨ ਸਾਰੇ ਸੁੱਖਾਂ ਦੇ ਸਾਧਨ? ਮਾਨਸਿਕ ਸੁਖ, ਆਤਮਿਕ ਸ਼ਾਂਤੀ ਕੇਵਲ ਤਾਂ ਕੇਵਲ ਗੁਰੂ ਕੀ ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਦੇ ਨਾਲ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਹੋਰ ਕਿਤਿਓਂ ਕਿਸੇ ਯਤਨ ਨਾਲ ਵੀ ਆਤਮਿਕ ਸ਼ਾਂਤੀ, ਮਾਨਸਿਕ ਸੁਖ ਪ੍ਰਾਪਤ ਨਹੀਂ ਹੋ ਸਕਦਾ। ਉਪਾਦ, ਵਿਆਦ, ਸਰੀਰਕ ਦੁੱਖ। ਸਰੀਰ ਵਿੱਚ ਐਸਾ ਕੋਈ ਕਸ਼ਟ, ਕੋਈ ਦੁੱਖ ਪੈਦਾ ਹੋ ਜਾਣਾ, ਉਤਪੰਨ ਹੋ ਜਾਣਾ ਕਿਸੇ ਯਤਨ ਨਾਲ, ਕਿਸੇ ਸਾਧਨ ਨਾਲ, ਕਿਸੇ ਇਲਾਜ ਦਵਾਈ ਨਾਲ ਵੀ
ਉਹ ਦੁੱਖ ਦੂਰ ਨਾ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜ੍ਹਨ ਨਾਲ, ਨਾਮ ਜਪਣ ਨਾਲ ਉਹ ਐਸੇ ਅਸਾਧ ਰੋਗ ਵੀ ਦੂਰ ਹੋ ਸਕਦੇ ਹਨ, ਦੂਰ ਹੋ ਜਾਂਦੇ ਹਨ, ਹੁੰਦੇ ਹਨ, ਹੋਏ ਹਨ। ਅੱਜ ਵੀ ਇਸ ਸਾਇੰਸ ਦੇ ਯੁੱਗ ਅੰਦਰ ਬੜੇ ਬੜੇ ਫਿਲਾਸਫਰ, ਡਾਕਟਰਾਂ ਨੇ ਰਿਸਰਚ ਕਰਕੇ ਸਾਰੇ ਸੰਸਾਰ ਦੇ ਸਾਹਮਣੇ ਇਹ ਗੱਲ ਪ੍ਰਗਟ ਤੌਰ ਤੇ, ਪ੍ਰਤੱਖ ਤੌਰ ਤੇ ਰੱਖ ਦਿੱਤੀ ਹੈ ਕਿ ਜਿਹੜੇ ਦੁੱਖ ਡਾਕਟਰਾਂ ਦੇ ਇਲਾਜ ਨਾਲ, ਦਵਾਈਆਂ ਨਾਲ ਨਹੀਂ ਹਟਦੇ, ਦੂਰ ਨਹੀਂ ਹੁੰਦੇ, ਉਹ ਸਿਮਰਨ ਕਰਨ ਦੇ ਨਾਲ, ਗੁਰੂ ਕੀ ਬਾਣੀ ਪੜ੍ਹਨ ਦੇ ਨਾਲ ਦੂਰ ਹੋ ਜਾਂਦੇ ਹਨ। ਇਸ ਕਰਕੇ ਹੀ ਸਤਿਗੁਰੂ ਜੀ ਨੇ ਇਹ ਪਵਿੱਤਰ ਬਚਨ ਕੀਤੇ ਹਨ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੋਂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਉਪਾਦ ਨਾ ਮਨ ਵਿੱਚੋਂ ਪੈਦਾ ਹੋਇਆ ਹੈ ਦੁੱਖ, ਨਾ ਸਰੀਰ ਵਿੱਚੋਂ ਪੈਦਾ ਹੋਇਆ ਹੈ ਦੁੱਖ। ਅਚਨਚੇਤ ਬਾਹਰੋਂ ਹੀ ਕੋਈ ਆ ਕੇ ਬਿਪਤਾ, ਕੋਈ ਔਕੜ, ਕੋਈ ਮੁਸੀਬਤ ਪੈ ਜਾਣੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਕਮ ਕਰਦੇ ਹਨ ਕਿ ਇਸ ਤਿੰਨੇ ਪ੍ਰਕਾਰ ਦੇ ਦੁੱਖਾਂ ਦੀ ਨਿਵਰਤੀ ਅਤੇ ਸਾਰੇ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਤੈਨੂੰ ਹੋ ਸਕਦੀ ਹੈ ਜੇ ਤੂੰ ਸਾਵਧਾਨ ਇਕਾਗਰ ਚਿੱਤ ਹੋ ਕਰਕੇ ਧਿਆਨ ਜੋੜ ਕੇ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਧਿਆਨ ਧਰੇ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਿਨਾਮ, ਹੇ ਮੇਰੇ ਮਨ ਜਪ ਸਤਿਨਾਮ। ਮਹਾਰਾਜ ਜੀ ਕਿੰਨਾ ਕੁ ਚਿਰ ਜਪਣਾ ਚਾਹੀਦਾ ਹੈ? ਸਤਿਗੁਰੂ ਜੀ ਕਹਿੰਦੇ ਸਦਾ ਸਤਿਨਾਮ, ਸਦਾ ਹੀ ਜਪ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਾਧ ਕਾਮ। ਨਾਮ ਸਤ ਕਿਹਦਾ ਹੁੰਦਾ ਹੈ ਸਾਧ ਸੰਗਤ ਜੀ? ਜਿਹੜਾ ਆਪ ਸਤ ਹੋਵੇ। ਜਿਹੜਾ ਆਪ ਹੀ ਸਤ ਨਾ ਹੋਵੇ ਉਹਦਾ ਨਾਮ ਵੀ ਕਿਸ ਤਰ੍ਹਾਂ ਸਤ ਹੋ ਸਕਦਾ ਹੈ? ਆਪ ਸਤ ਕੌਣ ਹੈ? ਕੇਵਲ ਤਾਂ ਕੇਵਲ ਵਾਹਿਗੁਰੂ ਹੀ ਆਪ ਸਤ ਹੈ। ਇਸ ਕਰਕੇ ਉਹਦਾ ਨਾਮ ਵੀ ਸਤ ਹੈ। ਸਤਨਾਮ ਸ਼ਬਦ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਅੰਦਰ ਬੇਅੰਤ ਜਗ੍ਹਾ ਆਇਆ ਹੈ। ਸਤਨਾਮ ਸ਼ਬਦ ਇਹ ਵਾਹਿਗੁਰੂ ਦਾ ਵਾਚਕ ਹੈ, ਬੀਜ ਮੰਤਰ ਹੈ। ਜਿਸ ਤਰ੍ਹਾਂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਮਾਰੂ ਰਾਗ ਅੰਦਰ ਵਾਹਿਗੁਰੂ ਜੀ ਦੇ ਸਾਰੇ ਹੀ ਕੀਰਤਨ ਨਾਮਾਂ ਨੂੰ ਉਚਾਰਨ ਕਰਕੇ ਅਖੀਰ ਤੇ ਜਾ ਕੇ ਇਹ ਬਚਨ ਕੀਤੇ ਹਨ। ਕੀਰਤਨ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਕੀਰਤਨ ਨਾਮ ਸਾਧ ਸੰਗਤ ਜੀ ਉਹ ਹੁੰਦਾ ਹੈ ਜੋ ਕਿਸੇ ਦਾ ਕੋਈ ਕੰਮ ਕਰਨ ਤੋਂ ਨਾਮ ਪੈ ਜਾਵੇ, ਕਿਰਤ ਕਰਨ ਤੋਂ ਕੋਈ ਨਾਮ ਪੈ ਜਾਵੇ। ਜਿਸ ਤਰ੍ਹਾਂ ਲੱਕੜੀ ਦਾ ਕੰਮ ਕਰਨ ਵਾਲੇ ਨੂੰ ਕਾਰਪੈਂਟਰ, ਲੋਹੇ ਦਾ ਕੰਮ ਕਰਨ ਵਾਲੇ ਨੂੰ ਲੋਹਾਰ, ਜ਼ਮੀਨ ਦਾ ਕੰਮ ਕਰਨ ਵਾਲੇ ਨੂੰ ਜ਼ਿਮੀਂਦਾਰ ਆਦਿ। ਇਸ ਤਰ੍ਹਾਂ ਹੀ ਨਾਵਾਂ ਨਾਲ ਸੰਬੋਧਨ ਕਰਦੇ ਹਾਂ। ਇਸ ਤਰ੍ਹਾਂ ਹੀ ਵਾਹਿਗੁਰੂ ਜੀ ਨੇ ਸਮੇਂ-ਸਮੇਂ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਸਤੇ ਉਹਨਾਂ ਦੇ ਨਿਮਿਤ ਪ੍ਰਗਟ ਹੋ ਕਰਕੇ ਜੋ ਮਹਾਨ ਕੌਤਕ ਕੀਤੇ
ਉਸ ਕੌਤਕ ਕਰਨ ਤੋਂ ਜੋ ਨਾਮ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਰੱਖੇ ਉਹ ਹਨ ਕੀਰਤਮ ਨਾਮ। ਜਿਸ ਤਰ੍ਹਾਂ ਨਰ ਸਿੰਘ ਰੂਪ ਧਾਰਨ ਕੀਤਾ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਸਤੇ, ਮੋਰਨਾਮੇ ਦੈਂਤ ਨੂੰ ਮਾਰਨ ਕਰਕੇ ਉਹਦਾ ਸੰਘਾਰਨ ਕਰਨ ਕਰਕੇ ਮੁਰਾਰੀ ਨਾਮ ਪੈ ਗਿਆ। ਇਤ ਆਦ ਹੋਰ ਸਾਰੇ ਨਾਮ ਸਤਿਗੁਰੂ ਜੀ ਕਹਿੰਦੇ ਹਨ, ਹੇ ਵਾਹਿਗੁਰੂ ਜੀ, ਮੈਂ ਰਸਨਾ ਨਾਲ ਆਪ ਜੀ ਦੇ ਕੀਰਤਨ ਨਾਮ ਕਥਨ ਕੀਤੇ ਹਨ, ਪਰ ਸਭ ਤੋਂ ਪੁਰਾਣਾ ਅਤੇ ਸਭ ਤੋਂ ਪਹਿਲਾ ਨਾਮ ਆਪ ਜੀ ਦਾ ਸਤਿਨਾਮ ਹੈ। ਅਤੇ ਜੋ ਸਤਿਨਾਮ ਹੈ ਸਾਧ ਸੰਗਤ ਜੀ, ਇਹ ਵਾਹਿਗੁਰੂ ਦਾ ਵਾਚਕ ਹੈ। ਪਹਿਲੇ ਜਾਮੇ ਅੰਦਰ ਹੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸੰਗਤ ਨੂੰ ਵਾਹਿਗੁਰੂ ਗੁਰਮੰਤਰ ਦੀ ਬਖਸ਼ਿਸ਼ ਕੀਤੀ। ਇਸ ਕਰਕੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਉਚਾਰਨ ਕੀਤਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਹੀ ਗੁਰਮੰਤਰ ਹੈ ਜਿਸ ਨੂੰ ਜਪਣ ਕਰਕੇ ਹਉਮੈ ਦਾ ਨਾਸ ਹੁੰਦਾ ਹੈ, ਅਗਿਆਨਤਾ ਦਾ ਨਾਸ ਹੁੰਦਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਜੇ ਵਾਹਿਗੁਰੂ ਗੁਰਮੰਤਰ ਨਾ ਹੁੰਦਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਸੰਗਤ ਨੂੰ ਕੋਈ ਹੋਰ ਗੁਰਮੰਤਰ ਦਿੱਤਾ ਹੋਇਆ ਹੁੰਦਾ, ਸਤਨਾਮ, ਸਤ ਕਰਤਾਰ, ਓਮ ਸੋਮ ਆਦ, ਤਾਂ ਫਿਰ ਉਸ ਵੇਲੇ ਗੁਰੂ ਘਰ ਦੇ ਆਨੰਦ ਸੇਵਕ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਉਸ ਵੇਲੇ ਪਾਸ ਸਨ। ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਰੋਕ ਦੇਣਾ ਸੀ, ਕਿਉਂਕਿ ਬਾਬਾ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸੋਂ ਗੁਰਮੰਤਰ ਦੀ ਬਖਸ਼ਿਸ਼ ਪ੍ਰਾਪਤ ਕੀਤੀ ਸੀ। ਉਹਨਾਂ ਨੇ ਰੋਕ ਦੇਣਾ ਸੀ ਭਾਈ ਸਾਹਿਬ ਜੀ ਕਿ ਸਤਿਗੁਰਾਂ ਨੇ ਤਾਂ ਸਾਨੂੰ ਆਮਕਾ ਨਾਮ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਗੁਰਮੰਤਰ ਨਹੀਂ ਹੈ। ਪਰ ਵਾਹਿਗੁਰੂ ਹੀ ਗੁਰਮੰਤਰ ਹੋਣ ਕਰਕੇ ਇਹ ਭਾਈ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਅੰਕਿਤ ਕਰਕੇ ਭੁਲੇਖੇ ਦੂਰ ਕੀਤੇ ਹਨ। ਸਪਸ਼ਟ ਕੀਤਾ ਹੈ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਜਪ ਮਨ ਸਤਨਾਮ ਸਦਾ ਸਤਨਾਮ। ਉਸ ਵਾਹਿਗੁਰੂ ਦਾ ਜੋ ਨਾਮ ਸਤ ਹੈ, ਜੋ ਆਪ ਸਤ ਹੈ, ਜਿਸ ਦਾ ਨਾਮ ਸਤ ਹੈ, ਜੋ ਆਪ ਸਦਾ ਸਤ ਹੈ, ਉਸ ਦਾ ਨਾਮ ਵੀ ਸਦਾ ਸਤ ਹੈ। ਵਾਹਿਗੁਰੂ ਉਸ ਨੂੰ ਜਪਣਾ ਕਰ, ਫੇਰ ਕੀ ਹੋਵੇਗਾ? ਸਤਨਾਮ ਸ੍ਰੀ ਵਾਹਿਗੁਰੂ ਜਪਣ ਦੇ ਨਾਲ ਕੀ ਹੋਵੇਗਾ ਲਾਭ? ਤਾਂ ਸਤਿਗੁਰੂ ਜੀ ਕਹਿੰਦੇ ਹਨ, ਹਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਵਾਹਿਗੁਰੂ ਨਾਮ ਜਪਣ ਕਰਕੇ ਹਾਲਤ ਕਹੀਏ ਐਸ ਲੋਕ ਵਿੱਚ, ਪਾਲਤ ਕਹੀਏ ਪਰਲੋਕ ਵਿੱਚ ਵੀ, ਹੇ ਮੇਰੇ ਮਨ, ਹੇ ਜੀਵ, ਤੇਰਾ ਮੁਖ ਉਜਲਾ ਹੋਵੇਗਾ। ਇਸ ਕਰਕੇ ਨਿਤ ਧਿਆਈਐ, ਹਰ ਰੋਜ਼ ਨਿਤਾ ਪ੍ਰਤੀ ਧਿਆਉਣਾ ਚਾਹੀਦਾ ਹੈ। ਇੱਕ ਦਿਨ, 2 ਦਿਨ, 10 ਦਿਨ ਨਹੀਂ, ਨੇਮ ਨਾਲ ਹਰ ਰੋਜ਼ ਗੁਰੂ ਕਾ ਸਿੱਖ ਨਿਤਨੇਮ ਕਰਦਾ ਹੈ, ਗੁਰੂ ਕੀ ਬਾਣੀ ਦਾ ਸਿਮਰਨ ਦਾ ਅਭਿਆਸ ਕਰਦਾ ਹੈ। ਸਤਿਗੁਰੂ ਜੀ ਦਾ ਹੁਕਮ ਹੈ, ਨਿਤ ਧਿਆਈਐ, ਨਿਤ ਹੀ ਧਿਆਉਣਾ ਕਰੀਏ। ਹਰੀ ਜੋ ਸਭ ਨੂੰ ਹਰਾ ਭਰਾ ਕਰਨ ਵਾਲਾ ਹੈ, ਜੋ ਸਰਵ ਵਿਆਪਕ ਹੈ, ਸਭ ਦਾ ਪ੍ਰਕਾਸ਼ਕ ਵਾਹਿਗੁਰੂ ਹੈ ਨਿਰੰਜਨਾ। ਮਾਇਆ ਰੂਪੀ ਕਾਲਕ ਤੋਂ ਜੋ ਰਹਿਤ ਹੈ, ਨਿਰਅੰਜਨ ਹੈ, ਅੰਜਨ ਕਾਲਕ ਨੂੰ ਕਹਿੰਦੇ ਹਨ। ਤੇ ਕਾਲਕ ਤੋਂ ਰਹਿਤ, ਮਾਇਆ ਰੂਪੀ ਕਾਲਕ ਤੋਂ ਰਹਿਤ ਭਾਵ ਵਾਹਿਗੁਰੂ। ਜਹ ਹਰ ਸਿਮਰਨ ਭਇਆ ਤਹ ਉਪਾਦਗਤ ਕੀਨੀ। ਜਿੱਥੇ ਸਿਮਰਨ ਹੁੰਦਾ ਹੈ, ਜਿੱਥੇ ਗੁਰੂ ਕੀ ਬਾਣੀ ਪੜ੍ਹ ਹੁੰਦੀ ਹੈ ਸਾਧ ਸੰਗਤ ਜੀ,
ਉੱਥੇ ਆਦ ਵਿਆਦ ਉਪਾਦ ਉਹਨਾਂ ਦਾ ਸਰਬਨਾਸ਼ ਹੋ ਜਾਂਦਾ ਹੈ, ਸਮਾਪਤੀ ਹੋ ਜਾਂਦੀ ਹੈ। ਬੜ ਭਾਗੀ ਹਰ ਜਪਨਾ, ਪਰ ਹਰੇਕ ਇਨਸਾਨ ਗੁਰੂ ਕੀ ਬਾਣੀ ਨਹੀਂ ਪੜ੍ਹ ਸਕਦਾ, ਨਾਮ ਨਹੀਂ ਜਪ ਸਕਦਾ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਵੇ ਉਹ ਗੁਰੂ ਕੀ ਸੰਗਤ ਵਿੱਚ ਆਉਂਦੇ ਹਨ ਅਤੇ ਗੁਰੂ ਕੀ ਸਿੱਖੀ ਧਾਰਨ ਕਰਦੇ ਹਨ, ਗੁਰੂ ਕੀ ਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ, ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਕਮ ਕਰਦੇ ਹਨ, ਜੈ ਹਰਿ ਸਿਮਰਨ ਭਇਆ ਤਹਿ ਉਪਾਦ ਗਤ ਕੀ, ਵੱਡ ਭਾਗੀ ਹਰ ਜਪਨਾ। ਵੱਡੇ ਭਾਗਾਂ ਵਾਲੇ ਹੀ ਵਾਹਿਗੁਰੂ ਨਾਮ ਨੂੰ ਜਪਦੇ ਹਨ। ਜਿਹੜੇ ਵਾਹਿਗੁਰੂ ਨਾਮ ਨਾਲ ਜੁੜੇ ਹਨ ਆਤਮਾ ਕਰਕੇ, ਸੁਰਤ ਕਰਕੇ, ਉਹਨਾਂ ਨਾਲੋਂ ਵੱਡੇ ਭਾਗ ਹੋਰ ਕਿਸੇ ਦੇ ਨਹੀਂ ਹੋ ਸਕਦੇ। ਉਹ ਸਭ ਨਾਲੋਂ ਵੱਡੇ ਭਾਗਾਂ ਵਾਲੇ ਹਨ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ੍ਹਤਿਆ, ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਸਤਿਗੁਰੂ ਜੀ ਕਹਿੰਦੇ ਹਨ, ਸਾਡੇ ਸਤਿਗੁਰੂ ਜੀ ਨੇ ਸਾਨੂੰ ਇਹ ਮਤ ਦਿੱਤੀ ਹੈ, ਅਕਲ ਦਿੱਤੀ ਹੈ, ਇਹ ਉਪਦੇਸ਼ ਦਿੱਤਾ ਹੈ। ਸਾਡੇ ਸਾਰਿਆਂ ਪ੍ਰਤੀ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਹੈ ਕਿ ਜਪ ਹਰ, ਵਾਹਿਗੁਰੂ ਨਾਮ ਨੂੰ ਜਪਣਾ ਕਰੋ। ਭਵ ਜਲ ਤਰ ਫਿਰ ਸੰਸਾਰ ਰੂਪੀ ਸਮੁੰਦਰ, ਭਵ ਜਲ ਨੂੰ ਤਰ ਕੇ ਪਾਰ ਕਰਕੇ ਤੁਸੀਂ ਵਾਹਿਗੁਰੂ ਸਰੂਪ ਵਿੱਚ ਅਭੇਦ ਹੋ ਜਾਓਗੇ। ਤੁਹਾਡੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਵੇਗੀ। ਸਾਰੇ ਹੀ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਣਗੇ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੁਕਮ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਜੋ ਸਤਿਗੁਰੂ ਜੀ ਦਾ ਗੁਰਸਿੱਖ ਅਖਵਾਉਂਦਾ ਹੈ ਆਪਣੇ ਆਪ ਨੂੰ, ਇਹ ਗੁਰਸਿੱਖ ਦੀ ਡੈਫੀਨੇਸ਼ਨ, ਉਹਦਾ ਜੋ ਕਿਰਿਆ ਕਰਮ ਕਰਤੱਵ ਹੈ, ਉਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ ਪਵਿੱਤਰ ਸ਼ਬਦ ਅੰਦਰ ਦੱਸਣਾ ਕੀਤੀ ਹੈ। ਉਹ ਕੀ ਕਰੇ? ਭਲ ਕੇ ਉੱਠ ਹਰ ਨਾਮ ਧਿਆਵੈ। ਭਲਕਾ ਕਹਿੰਦੇ ਹਨ ਸਾਧ ਸੰਗਤ ਜੀ, ਰਾਤ ਦੇ 12 ਵਜੇ ਤੋਂ ਬਾਅਦ ਭਲਕਾ ਸ਼ੁਰੂ ਹੋ ਜਾਂਦਾ ਹੈ, ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ, ਦੂਜਾ ਦਿਨ ਸ਼ੁਰੂ ਹੋ ਜਾਂਦਾ ਹੈ। ਉੱਠ ਕੇ ਉੱਠਦਿਆਂ ਸਾਰ ਹੀ ਵਾਹਿਗੁਰੂ 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 ਨਾਮ ਜਪਣਾ ਸ਼ੁਰੂ ਕਰੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਬੱਧਾ ਰੁੱਧਾ ਨਹੀਂ ਕਿ ਹੁਣ ਤਾਂ ਅੰਮ੍ਰਿਤ ਛਕ ਲਿਆ, ਸਿੱਖੀ ਧਾਰਨ ਕਰ ਲਈ, ਇਸ਼ਨਾਨ ਕਰਨਾ ਹੀ ਪੈਣਾ, ਕੀ ਕਰੀਏ ਬੜੇ ਕਸੂਤੇ ਫਸ ਗਏ। ਇੱਦਾਂ ਨਹੀਂ, ਮਨ ਵਿੱਚ ਸ਼ਰਧਾ ਧਾਰਨ ਕਰਕੇ ਇਹ ਜੋ ਅੰਮ੍ਰਿਤ ਵੇਲਾ ਹੈ ਇਹ ਸੌਣ ਵਾਸਤੇ ਨਹੀਂ। ਜਿਹੜਾ ਅੰਮ੍ਰਿਤ ਵੇਲੇ ਸੁੱਤਾ ਘਰਾੜੇ ਮਾਰਦਾ, ਅੰਮ੍ਰਿਤ ਵੇਲੇ ਜਾ ਕੇ ਪਰਮੇਸ਼ਰ ਵਾਹਿਗੁਰੂ ਦੇ ਧਿਆਨ ਵਿੱਚ ਨਹੀਂ ਜੁੜਦਾ, ਉਹਦੇ ਬਾਰੇ ਤਾਂ ਸਤਿਗੁਰੂ ਜੀ ਕਹਿੰਦੇ ਹਨ, ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਨ ਮੋਇਓ। ਉਹ ਤਾਂ ਜਿੰਦਾ ਮਰਿਆ ਸਮਝੋ, ਇੱਕ ਲਾਸ਼ ਆ। ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਇਹ ਮਨੁੱਖ, ਇਹ ਇਨਸਾਨ, ਜੇ ਤਾਂ ਰੱਬ ਨੂੰ ਵਿਸਾਰ ਦਿੱਤਾ, ਉਹਦਾ ਚੇਤਾ ਭੁਲਾ ਦਿੱਤਾ ਹੈ, ਪਰ ਰੱਬ ਨੇ ਤਾਂ, ਪਰਮੇਸ਼ਰ ਵਾਹਿਗੁਰੂ ਨੇ ਤਾਂ ਤੇਰਾ ਚੇਤਾ ਨਹੀਂ ਭੁਲਾਇਆ। ਉਹ ਤਾਂ ਤੈਨੂੰ ਹਰ ਵੇਲੇ ਚੇਤੇ ਰੱਖਦਾ ਹੈ। ਕਿਸ ਤਰ੍ਹਾਂ? ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਤਵ, ਸਰਬ ਸਮੈ ਸਰਬ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦੀਨਾਂ ਤੇ ਦਇਆ ਕਰਨ ਵਾਲੇ, ਦਇਆ ਦੇ ਸਮੁੰਦਰ ਵਾਹਿਗੁਰੂ ਜੀ ਸਾਡੇ ਔਗਣਾਂ ਵੱਲ ਦੇਖਦੇ ਹਨ। ਸਾਡੇ ਔਗਣਾਂ ਵੱਲ ਦੇਖਦੇ ਹੋਏ ਵੀ ਫੇਰ ਵੀ ਸਾਨੂੰ ਦਾਤਾਂ ਦੇ ਹੀ ਜਾ ਰਹੇ ਹਨ। ਸਾਨੂੰ ਸੁੱਖਾਂ ਦੇ ਸਾਧਨ
36 ਪ੍ਰਕਾਰ ਦੇ ਭੋਜਨ ਛਕਣ ਵਾਸਤੇ ਦੇਈ ਜਾ ਰਹੇ ਹਨ। ਸਾਡੇ ਔਗਣਾਂ ਨੂੰ ਚਿਤਾਰਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਕਮ ਕਰਦੇ ਹਨ ਕਿ ਉਦਮ ਕਰੇ ਭਲਕੇ ਪ੍ਰਭਾਤੀ। ਅੰਮ੍ਰਿਤ ਵੇਲੇ ਉਦਮ ਕਰਕੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਬਚਨ ਕੀਤੇ ਹਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ। ਜਲ ਦੇ ਇਸ਼ਨਾਨ ਕਰਨ ਨਾਲ ਜਿਹੜਾ ਗੁਰਸਿੱਖ ਹਰ ਰੋਜ਼ ਨਿਤਾ ਪ੍ਰਤੀ ਇਸ਼ਨਾਨ ਕਰਕੇ ਨਾਮ ਜਪਦਾ ਹੈ, ਉਹਦਾ ਮਨ ਅਤੇ ਤਨ ਦੋਨੋਂ ਹੀ ਅਰੋਗ ਰਹਿੰਦੇ ਹਨ, ਅਰੋਗ ਹੋ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਜਿੱਥੇ ਵੀ ਭਾਵੇਂ ਕੋਈ ਗੁਰੂ ਕਾ ਸਿੱਖ ਇਸ਼ਨਾਨ ਕਰਦਾ, ਚਾਹੇ ਟੂਟੀ ਤੇ ਕਰਦਾ, ਚਾਹੇ ਖੂਹ ਤੇ ਕਰਦਾ, ਚਾਹੇ ਨਦੀ ਤੇ, ਚਾਹੇ ਦਰਿਆ ਤੇ, ਚਾਹੇ ਕਿਤੇ ਵੀ ਇਸ਼ਨਾਨ ਕਰਦਾ ਹੈ, ਰਸਨਾ ਨਾਲ ਵਾਹਿਗੁਰੂ 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 ਕਰਦਿਆਂ ਹੋਇਆਂ ਜਦੋਂ ਇਸ਼ਨਾਨ ਸੋਧਦਾ ਹੈ, ਉਹਨੂੰ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ। ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਪ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਜੋ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਗੁਰ ਮੰਤਰ ਹੈ ਵਾਹਿਗੁਰੂ ਵਾਹਿਗੁਰੂ, ਉਹਨੂੰ ਜਪਣਾ ਕਰੇ। ਜਿਸ ਨੂੰ ਜਪਣ ਕਰਕੇ ਵੱਡੇ ਵੱਡੇ ਪਾਪ ਦੁੱਖ ਉਹ ਸਾਰੇ ਹੀ ਉਹਨਾਂ ਦੀ ਨਿਵਰਤੀ ਹੋ ਜਾਂਦੀ ਹੈ, ਲਿਥ ਜਾਂਦੇ ਹਨ, ਮਨ ਤੋਂ ਅਤੇ ਤਨ ਤੋਂ ਦੂਰ ਹੋ ਜਾਂਦੇ ਹਨ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਫਿਰ ਦਿਨ ਚੜ੍ਹੇ ਅੰਮ੍ਰਿਤ ਵੇਲੇ ਤੇ ਚੜ੍ਹਾਅ ਨਾਲ, ਦਿਨ ਦੇ ਚੜ੍ਹਾਅ ਨਾਲ ਬੈਠ ਕੇ ਇੱਕ ਮਨ ਹੋ ਕੇ ਗੁਰਬਾਣੀ ਦਾ ਨਿਤਨੇਮ ਕਰੇ। ਇਹ ਨਹੀਂ ਬੱਧੇ ਰੁੱਧੇ ਜਿੰਨੀ ਵੀ ਬਾਣੀ ਪੜ੍ਹਨੀ। ਬਹੁਤ ਸਾਰੇ ਗੁਰਮੁਖ ਪਿਆਰੇ ਕਈ ਵਾਰੀ ਐਸੇ ਬਚਨ ਵਿਚਾਰ ਚੱਲਦੇ ਹਨ, ਬਾਣੀ ਤਾਂ ਪੜ੍ਹਦੇ ਹਾਂ ਪਰ ਮਨ ਟਿਕਦਾ ਨਹੀਂ, ਸਵਾਦ ਨਹੀਂ ਆਉਂਦਾ। ਸਵਾਦ ਕਿਸ ਤਰ੍ਹਾਂ ਆਵੇ, ਅੰਦਰ ਤਾਂ ਇੱਕ ਬੂੰਦ ਵੀ ਲਗਾਉਂਦੇ ਨਹੀਂ, ਕਰੂਲੀਆਂ ਕਰਦੇ ਹਾਂ। ਮਨ ਅੰਤਸ਼ਕਨ ਰੂਪੀ ਬਰਤਨ ਉਹ ਤਾਂ ਮੂੰਹਦਾ ਹੈ, ਸ਼ਰਧਾ ਅਤੇ ਪਿਆਰ ਤਾਂ ਹੈ ਹੀ ਨਹੀਂ ਅੰਦਰ, ਤਾਂ ਫਿਰ ਇਕਾਗਰਤਾ ਕਿਸ ਤਰ੍ਹਾਂ ਹੋਣੀ ਹੈ, ਰਸ ਕਿਸ ਤਰ੍ਹਾਂ ਆਉਣਾ ਹੈ, ਆਨੰਦ ਕਿਸ ਤਰ੍ਹਾਂ ਪ੍ਰਾਪਤ ਹੋਣਾ ਹੈ ਗੁਰੂ ਕੀ ਬਾਣੀ ਦੇ ਨਿਤਨੇਮ ਵਿੱਚੋਂ। ਜਦੋਂ ਵੀ ਬਾਣੀ ਵਿੱਚ ਦੇ ਨਿਤਨੇਮ ਵਿੱਚ ਬੈਠਣਾ ਹੈ, ਸਿਮਰਨ ਵਿੱਚ ਬੈਠਣਾ ਹੈ, ਵਾਹਿਗੁਰੂ ਜੀ ਦੇ ਧਿਆਨ ਵਿੱਚ ਬੈਠਣਾ ਹੈ, ਸਭ ਤੋਂ ਪਹਿਲਾਂ ਦੋ ਗੱਲਾਂ ਮਨ ਵਿੱਚ ਹੋਣੀਆਂ ਸਾਡੇ ਜ਼ਰੂਰੀ ਹਨ। ਇੱਕ ਸ਼ਰਧਾ, ਇੱਕ ਪ੍ਰੇਮ। ਜੇ ਸ਼ਰਧਾ ਹੈ, ਪ੍ਰੇਮ ਨਹੀਂ, ਤਾਂ ਵੀ ਅਧੂਰਾਪਨ ਹੈ। ਜੇ ਪ੍ਰੇਮ ਹੈ, ਸ਼ਰਧਾ ਨਹੀਂ, ਤਾਂ ਵੀ ਅਧੂਰਾਪਨ ਹੈ। ਪੂਰਨ ਸ਼ਰਧਾ ਧਾਰਨ ਕਰਕੇ ਇਹ ਜੋ ਬਾਣੀ ਪੜ੍ਹ ਰਹੇ ਹਾਂ ਅਤੇ ਆਪਣੇ ਕੰਨਾਂ ਨਾਲ ਸੁਣ ਰਹੇ ਹਾਂ, ਉਸ ਬਾਣੀ ਦੀ ਤੁਕ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਹਦੇ ਅਰਥਾਂ ਵਿੱਚ ਰੱਖਣਾ ਅਤੇ ਇਉਂ ਅਨੁਭਵ ਕਰਨਾ ਸਤਿਗੁਰੂ ਜੀ ਦੀ ਹਜ਼ੂਰੀ ਨੂੰ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਤਖਤ ਤੇ ਸੁਸ਼ੋਭਿਤ ਹਨ। ਮੈਂ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਨਿਤਨੇਮ ਗੁਰੂ ਕੀ ਬਾਣੀ ਦਾ ਸਤਿਗੁਰੂ ਜੀ ਨੂੰ ਸਰਵਣ ਸੁਣਾ ਰਿਹਾ ਹਾਂ। ਸਤਿਗੁਰੂ ਜੀ ਆਪ ਸੁਣ ਰਹੇ ਹਨ। ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ, ਅੰਗ ਸੰਗ ਸਮਝ ਕੇ ਨਿਤਨੇਮ ਕਰਨ ਨਾਲ ਫਿਰ ਇੱਦਾਂ ਅਭਿਆਸ ਕਰਦਿਆਂ ਫਿਰ ਇਕਾਗਰਤਾ ਵੱਧਦੀ ਹੈ, ਟਿਕਾਓ ਵੱਧਦਾ, ਫਿਰ ਆਨੰਦ ਆਉਣਾ ਸ਼ੁਰੂ ਹੁੰਦਾ ਹੈ, ਫਿਰ ਰਸ ਆਉਂਦਾ ਹੈ। ਜਦੋਂ ਰਸ ਆਉਣ ਲੱਗ ਪੈਂਦਾ ਹੈ, ਫਿਰ ਤਾਂ ਸੁਰਤ ਇਹ ਚਾਹੁੰਦੀ ਹੈ ਹਰ ਵੇਲੇ ਇਸ ਅੰਮ੍ਰਿਤ ਰੂਪ ਸਰੋਵਰ ਵਿੱਚ ਹੀ ਲੀਨ ਰਹਾਂ, ਕਦੀ ਮਿੰਟ ਸਕਿੰਟ ਵੀ ਇਸ ਤੋਂ ਬਾਹਰ ਨਾ ਜਾਵਾਂ। ਫਿਰ ਮਨ ਕਿਤੇ ਜਾਂਦਾ ਨਹੀਂ, ਦੌੜਦਾ ਨਹੀਂ। ਮਨ ਮੇਰੋ ਧਾਵਨ ਤੇ ਛੁੱਟਿਓ, ਕਰ ਬੈਠੋ ਵਿਸਰਾਮ। ਫਿਰ ਸਤਿਗੁਰੂ ਜੀ ਐਸੀ ਅਵਸਥਾ ਗੁਰਸਿੱਖ ਨੂੰ ਬਖਸ਼ਿਸ਼ ਕਰ ਦਿੰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਅੰਮ੍ਰਿਤ ਵੇਲੇ ਦਾ ਨਿਤਨੇਮ ਤਾਂ ਹੋ ਗਿਆ,
ਸਿਮਰਨ ਵੀ ਹੋ ਗਿਆ, ਨਿਤਨੇਮ ਵੀ ਹੋ ਗਿਆ। ਬਾਕੀ ਦਾ ਜਿਹੜਾ 24 ਘੰਟਿਆਂ ਦਾ ਸਮਾਂ ਹੈ, ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ, ਸਤਿਗੁਰੂ ਜੀ ਕਹਿੰਦੇ ਹਨ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹਿੰਦਿਆਂ ਉੱਠਦਿਆਂ ਕੰਮਕਾਰ ਵਿਹਾਰ ਕਰਦਿਆਂ ਹੋਇਆਂ ਵੀ ਹੱਥਾਂ ਪੈਰਾਂ ਨਾਲ, ਸਰੀਰ ਨਾਲ ਕੰਮ ਕਰਨਾ ਹੈ ਅਤੇ ਸੁਰਤ ਜਿਹੜੀ ਹੈ ਉਹ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੋੜ ਕੇ ਰੱਖਣੀ ਹੈ। ਇੱਕ ਸਮੇਂ ਤਲੋਚਨ ਭਗਤ ਜੀ ਨਾਮਦੇਵ ਜੀ ਨੂੰ ਮਿਲਣ ਵਾਸਤੇ ਗਏ। ਬੜਾ ਪਿਆਰ ਸੀ, ਕਿਉਂਕਿ ਭਗਤਾਂ ਦਾ ਭਗਤਾਂ ਨਾਲ ਪਿਆਰ ਹੁੰਦਾ ਹੈ, ਠੱਗਾਂ ਦਾ ਠੱਗਾਂ ਨਾਲ, ਚੋਰਾਂ ਦਾ ਚੋਰਾਂ ਨਾਲ, ਅਮਲੀਆਂ ਦਾ ਅਮਲੀਆਂ ਨਾਲ। ਅਮਲੀ ਅਮਲ ਨਾਲ ਛੱਡਦੇ ਹੋਏ ਬਹਿਣ ਇਕੱਠੇ। ਇਸ ਤਰ੍ਹਾਂ ਹੀ ਭਗਤ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਦੋਂ ਇਕੱਠੇ ਹੁੰਦੇ ਹਨ, ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹ ਪਰਮਾਰਥ ਦੇ ਬਚਨ ਕਰਦੇ ਹਨ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ, ਕਿਸੇ ਦੇ ਔਗਣਾਂ ਨੂੰ ਚਿਤਾਰਦੇ ਨਹੀਂ। ਉਹ ਤਾਂ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਦੀਆਂ ਗੱਲਾਂ ਕਰਦੇ ਹਨ, ਪਰਮਾਰਥ ਦੇ ਬਚਨ ਕਰਦੇ ਹਨ, ਸਿਮਰਨ ਦੇ, ਸੇਵਾ ਦੇ, ਸਤ ਸੰਗਤ ਦੇ, ਗੁਰਬਾਣੀ ਦੀ ਵਿਚਾਰ ਕਰਦੇ ਹਨ। ਇਹ ਹੁੰਦੀ ਹੈ ਗੁਰੂ ਕੇ ਸਿੱਖਾਂ ਦੀ ਨਿਸ਼ਾਨੀ ਅਤੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਨਿਸ਼ਾਨੀ। ਜੇ ਦੋ ਸਿੱਖ ਮਿਲ ਕੇ ਬੈਠ ਕੇ ਵਾਹਿਗੁਰੂ ਜੀ ਦੇ ਘਰ ਦੀਆਂ ਗੱਲਾਂ, ਪਰਮਾਰਥ ਦੇ ਵਿਚਾਰ, ਗੁਰਬਾਣੀ ਦੀ ਵਿਚਾਰ ਕਰਦੇ ਹਨ ਤਾਂ ਉਹ ਸਾਧ ਸੰਗਤ ਬਣ ਜਾਂਦੀ ਹੈ। ਇੱਕ ਸਿੱਖ ਦੋਏ ਸਾਧ ਸੰਗ, ਪੰਜੀ ਪਰਮੇਸ਼ਰ ਹੋ ਜਾਂਦਾ ਹੈ। ਤੋ ਜਦੋਂ ਤਲੋਚਨ ਜੀ ਗਏ ਤੇ ਨਾਮਦੇਵ ਜੀ ਨੇ ਉੱਠ ਕੇ ਸਤਿਕਾਰ ਕੀਤਾ। ਉਹ ਆਪਣੀ ਕਿਰਤ ਕਰ ਰਹੇ ਸਨ, ਬਸਤਰ ਛਾਪਣ, ਕੱਪੜੇ ਛਾਪਣ ਦੀ ਕਿਰਤ ਕਰਿਆ ਕਰਦੇ ਸਨ। ਤੇ ਉਹਨਾਂ ਨੂੰ ਫਤਿਹ ਬੁਲਾ ਕੇ ਆਸਣ ਤੇ ਬਹਾਲ ਕੇ ਘਰ ਵਾਲੇ ਨੂੰ ਜਲ ਪਾਣੀ ਵਾਸਤੇ ਕਹਿ ਕੇ ਫਿਰ ਉਹ ਅਮਰੇ ਛਾਪਣ ਲੱਗ ਪਏ ਹਨ। ਬੈਠੇ ਰਹੇ ਤਲੋਚਨ ਜੀ, ਦੇਖਦੇ ਰਹੇ। ਥੋੜਾ ਚਿਰ ਬੈਠਣ ਤੋਂ ਬਾਅਦ ਕਹਿਣ ਲੱਗੇ, ਨਾਮਦੇਵ ਜੀ ਮੈਨੂੰ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਤੁਸੀਂ ਮਾਇਆ ਦੇ ਮੋਹ ਵਿੱਚ ਬੜੇ ਖੱਚਤ ਹੋ ਗਏ ਹੋ। ਅਸੀਂ ਐਡੀ ਦੂਰੋਂ ਚੱਲ ਕੇ ਤੁਹਾਡੇ ਨਾਲ ਕੋਈ ਪਰਮੇਸ਼ਰ ਵਾਹਿਗੁਰੂ ਦੇ ਘਰ ਦੀ ਵਿਚਾਰ ਕਰਾਂਗੇ, ਕੋਈ ਪਰਮਾਰਥ ਦੇ ਬਚਨ ਕਰਾਂਗੇ। ਤੁਹਾਨੂੰ ਤਾਂ ਵੇਲ ਹੀ ਨਹੀਂ ਕੰਮਕਾਰ ਤੋਂ, ਤੁਸੀਂ ਕੰਮਕਾਰ 'ਚ ਇੰਨੇ ਖੱਚਤ ਹੋ ਗਏ ਹੋ, ਤੁਹਾਨੂੰ ਤੇ ਮਾਇਆ ਨੇ ਮੋਹ ਲਿਆ ਲੱਗਦਾ। ਤੇ ਨਾਮਦੇਵ ਜੀ ਕਹਿਣ ਲੱਗੇ ਕਿ ਤਲੋਚਨ ਜੀ, ਹੇ ਪਿਆਰੇ ਮਿੱਤਰ, ਜਿਹੜਾ ਨਾਮ ਜਪਣਾ ਹੈ ਉਹ ਸੁਰਤ ਦਾ ਕੰਮ ਹੈ ਤੇ ਜਿਹੜਾ ਕੰਮ ਕਰਨਾ ਹੈ ਉਹ ਸਰੀਰ ਦਾ ਕੰਮ ਹੈ। ਸਰੀਰ ਆਪਣਾ ਕੰਮ ਕਰੀ ਜਾ ਰਿਹਾ ਹੈ, ਸੁਰਤ ਆਪਣਾ ਕੰਮ ਕਰੀ ਜਾ ਰਹੀ ਹੈ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਗੋ ਚੀਤ। ਕਦੀ ਨਾਮ ਵੀ ਜਪ ਲਿਆ ਕਰੋ, ਟਾਈਮ ਕੱਢ ਕੇ 24 ਘੰਟੇ ਅਮਰੇ ਛਾਪੀ ਜਾਂਦੇ ਤੁਸੀਂ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮਕਾਰ ਵਿਹਾਰ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਹਨ ਬੈਠਦਿਆਂ ਉੱਠਦਿਆਂ ਕੰਮਕਾਰ ਕਰਦਿਆਂ ਹਰ ਨਾਮ ਧਿਆਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸਾਸ ਜਦੋਂ ਬਾਹਰ ਨੂੰ ਆਉਂਦਾ, ਗਰਾਸ ਜਦੋਂ ਅੰਦਰ ਨੂੰ ਜਾਂਦਾ ਹੈ, ਸਾਸ ਗਰਾਸ ਇੱਕ ਵੀ ਬਿਰਥਾ ਨਹੀਂ ਜਾਣ ਦਿੰਦਾ ਜਿਹੜਾ ਗੁਰੂ ਕਾ ਸਿੱਖ ਸਾਸ ਗਰਾਸ ਵਾਹਿਗੁਰੂ 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 ਜਪਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਐਸਾ ਗੁਰਸਿੱਖ ਵਾਹਿਗੁਰੂ ਨੂੰ ਭਾਉਂਦਾ ਹੈ, ਵਾਹਿਗੁਰੂ ਦੇ ਦਰ ਪ੍ਰਵਾਨ ਹੁੰਦਾ ਹੈ। ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ। ਜਿਸ ਜੀਵ ਤੇ ਮੇਰਾ ਮਾਲਕ ਵਾਹਿਗੁਰੂ ਦਿਆਲੂ ਹੋ ਜਾਵੇ, ਉਹਨੂੰ ਫਿਰ ਸਤਿਗੁਰੂ ਮਹਾਰਾਜ ਜੀ ਆਪਣੇ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਉਸ ਜੀਵ ਨੂੰ ਫਿਰ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪ੍ਰੇਰਨਾ ਕਰਦੇ ਹਨ। ਗੁਰੂ ਉਪਦੇਸ਼ ਗੁਰਮਤਿ ਗੁਰਬਾਣੀ ਵਿਚਾਰ ਦੁਆਰਾ ਉਸ ਜੀਵ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪਣੇ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਤਿਗੁਰੂ ਜੀ ਕਹਿੰਦੇ ਹਨ ਅਸੀਂ ਐਸੇ ਮਹਾਨ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਾਂ, ਲੋਚਦੇ ਹਾਂ, ਜੋ ਆਪ ਜਪਦੇ ਹਨ ਨਾਮ ਅਤੇ ਦੂਜਿਆਂ ਨੂੰ ਨਾਮ ਜਪਾਉਂਦੇ ਹਨ।
ਇਹ ਹੈ ਗੁਰਸਿੱਖ ਵਾਸਤੇ ਸਤਿਗੁਰੂ ਜੀ ਦਾ ਹੁਕਮ ਅਤੇ ਇਹ ਹੈ ਗੁਰੂ ਕੇ ਸਿੱਖ ਦਾ ਜੀਵਨ, ਜੋ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਅੱਜ ਦੇ ਦਿਨ ਤੇ ਸਾਨੂੰ ਪਵਿੱਤਰ ਉਪਦੇਸ਼ ਦੇ ਰੂਪ ਅੰਦਰ ਬਖਸ਼ਿਸ਼ ਕੀਤਾ ਹੈ। ਅਸੀਂ ਸਾਰੇ ਹੀ ਭਾਗਾਂ ਵਾਲੇ ਹਾਂ। ਤੁਸੀਂ ਗੁਰੂ ਰੂਪ ਸਾਧ ਸੰਗਤ ਸਾਰੇ ਹੀ ਧੰਨਤਾ ਯੋਗ ਹੋ, ਜਿਹੜੇ ਮਹਾਨ ਉਦਮ ਕਰਕੇ ਗੁਰੂ ਕੇ ਗੁਰਪੁਰਬ ਮਨਾਉਂਦੇ ਹੋ, ਜੋੜ ਮੇਲੇ ਮਨਾਉਂਦੇ ਹੋ। ਸੰਗਤਾਂ ਦੇ ਇਕੱਠ ਹੁੰਦੇ ਹਨ, ਸਤ ਸੰਗਤ ਹੁੰਦੀ ਹੈ, ਕਥਾ ਕੀਰਤਨ ਵਿਚਾਰ ਹੁੰਦੇ ਹਨ। ਭਾਈ ਸਾਹਿਬ ਜੀ ਕਹਿੰਦੇ ਹਨ, ਬਲਿਹਾਰੀ ਤਿਨਾ ਗੁਰ ਸਿੱਖਾਂ ਪਾਏ ਭਗਤ ਗੁਰਪੁਰਬ ਕਰਾਂਦੇ। ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸੰਸਾਰ ਤੇ ਚਾਰ ਚੁਫੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ਼ ਨਿੰਦਿਆ ਚੁਗਲੀ ਚਾਰ ਚੁਫੇਰੇ ਭਾਂਬੜ ਮਚ ਰਹੇ ਹਨ। ਬਚਣਾ ਹੈ ਆਪਾਂ ਨਿੰਦਿਆ ਤੋਂ, ਚੁਗਲੀ ਤੋਂ, ਈਰਖਾ ਤੋਂ, ਦਵੈਸ਼ ਤੋਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚੋਂ ਸਤ ਸੰਤੋਖ ਦਇਆ ਧਰਮ ਗਿਆਨ ਇਹ ਸ਼ੁਭ ਗੁਣ ਦੈਵੀ ਗੁਣਾਂ ਦੀ ਪ੍ਰਾਪਤੀ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਸੇ ਨਾਲ ਦਵੈਸ਼ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦਾ ਬੁਰਾ ਨਹੀਂ ਸੋਚਣਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਮਿਸ਼ਨ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਰ ਰੋਜ਼ ਨਿਤਾ ਪ੍ਰਤੀ ਅਸੀਂ ਅਰਦਾਸ ਕਰਨ ਤੋਂ ਉਪਰੰਤ ਕੀ ਮੰਗਦੇ ਹਾਂ? ਨਾਮ ਜਪਾਂਗੇ ਤਾਂ ਚੜ੍ਹਦੀ ਕਲਾ ਹੋਵੇਗੀ, ਫਿਰ ਹੀ ਅਸੀਂ ਭਾਣੇ ਵਿੱਚ ਰਹਿ ਸਕਾਂਗੇ ਅਤੇ ਫਿਰ ਹੀ ਸਰਬੱਤ ਦਾ ਭਲਾ ਮੰਗ ਸਕਾਂਗੇ। ਇਹ ਮਿਸ਼ਨ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਮਿਸ਼ਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਾਂਗੇ ਤਾਂ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ। ਸਦਾ ਵਾਸਤੇ ਹੀ ਗੁਰੂ ਪਾਤਸ਼ਾਹ ਜੀ ਸਾਡੇ ਅੰਗ ਸੰਗ ਸਹਾਈ ਹੋਣਗੇ। ਫਿਰ ਸਾਡਾ ਇਹ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋਵੇਗਾ। ਗਰੀਬ ਨਵਾਜ ਪਾਤਸ਼ਾਹ ਜੀ ਸਾਨੂੰ ਆਪਣੇ ਸਰੂਪ ਵਿੱਚ ਹੀ ਸਦੀਵ ਕਾਲ ਵਾਸਤੇ ਅਭੇਦ ਹੀ ਕਰ ਲੈਣਗੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪ੍ਰਬੰਧਕ ਸੱਜਣਾ ਨੇ, ਗੁਰਮੁਖ ਪਿਆਰਿਆਂ ਨੇ ਬੜੇ ਮਹਾਨ ਉਦਮ ਕਰ ਰਹੇ ਹਨ। ਤੁਸੀਂ ਸਾਰੀ ਸੰਗਤ ਬੜੇ ਪਿਆਰ ਸਹਿਤ ਸਹਿਯੋਗ ਦੇ ਰਹੇ ਹੋ। ਇਸ ਤਰ੍ਹਾਂ ਹੀ ਵੱਧ ਤੋਂ ਵੱਧ ਤਨ ਮਨ ਧਨ ਕਰਕੇ ਪ੍ਰਬੰਧਕਾਂ ਨੂੰ ਸਹਿਯੋਗ ਦੇ ਕੇ ਧੰਨਵਾਦੀ ਬਣਾਉਂਦੇ ਰਹਿਣਾ ਹੈ। ਇਹ ਸੇਵਾ ਗੁਰੂ ਕੀ ਹੈ, ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ ਅਤੇ ਗੁਰੂ ਕੀ ਸੇਵਾ ਕਰਨ ਨਾਲ, ਨਿਸ਼ਕਾਮ ਸੇਵਾ ਕਰਨ ਦੇ ਨਾਲ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਵਿੱਚ ਹੀ ਅਭੇਦ ਹੋ ਜਾਈਦਾ ਹੈ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਮਿਸ਼ਨ ਹੈ। ਗੁਰਮਤਿ ਵਿਚਾਰ ਕਥਾ ਕੀਰਤਨ ਆਦਿ ਜੋੜ ਮੇਲੇ ਕਰਨ ਤੋਂ ਬਾਅਦ ਜੋ ਸਿੱਖੀ ਦਾ ਪ੍ਰਚਾਰ ਹੈ, ਅੰਮ੍ਰਿਤ ਪ੍ਰਚਾਰ ਹੋਣੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਅੰਮ੍ਰਿਤ ਪ੍ਰਾਪਤ ਕਰਦੇ ਹਨ ਭਾਗਾਂ ਵਾਲੇ ਗੁਰਮੁਖ ਪਿਆਰੇ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਵੇ ਉਹਨਾਂ ਨੂੰ ਗੁਰੂ ਕਾ ਅੰਮ੍ਰਿਤ ਮਿਲਦਾ ਹੈ। ਅੰਮ੍ਰਿਤ ਸਾਧ ਸੰਗਤ ਜੀ ਕੋਈ ਐਸੀ ਵਸਤੂ ਨਹੀਂ, ਕਿਸੇ ਨੂੰ ਧੱਕੇ ਨਾ ਕੀਏ ਤੂੰ ਜ਼ਰੂਰ ਛਕ, ਉਹ ਕਵੇ ਨਹੀਂ ਜੀ ਨਹੀਂ ਮੈਂ ਤਾਂ ਹਾਲੇ ਛਕਣਾ ਨਹੀਂ। ਅੰਮ੍ਰਿਤ ਤਾਂ ਐਸੀ ਦੁਰਲੱਭ ਵਸਤੂ ਹੈ, ਇਸ ਅੰਮ੍ਰਿਤ ਨੂੰ ਤਾਂ ਸੁਰ ਨਾਰ ਮੋਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਬੜੇ ਬੜੇ ਰਿਖੀ ਮੁਨੀ ਮਹਾਨ ਤਪੀਸ਼ਵਰ ਸੁਰ ਦੇਵਤੇ ਆਦਿ ਭਾਲ ਕਰਦੇ ਰਹੇ, ਉਹਨਾਂ ਨੂੰ ਵੀ ਇਹ ਅੰਮ੍ਰਿਤ ਪ੍ਰਾਪਤ ਨਹੀਂ ਹੋ ਸਕਿਆ। ਉਹ ਅੰਮ੍ਰਿਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸੱਚਖੰਡ ਵਿੱਚੋਂ ਲਿਆ ਕੇ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਜਿਨ੍ਹਾਂ ਤੇ ਆਪ ਸਤਿਗੁਰੂ ਜੀ ਪ੍ਰਸੰਨ ਹੋਣ, ਜਿਸ ਜੀਵ ਨੂੰ ਐਸ ਲੋਕ ਅਤੇ ਪਰਲੋਕ ਵਿੱਚ ਵੀ ਆਪਣੇ ਚਰਨਾਂ ਅੰਦਰ ਹੀ ਸੱਚਖੰਡ ਵਿੱਚ ਸਤਿਗੁਰਾਂ ਨੇ ਰੱਖਣਾ ਹੋਵੇ, ਉਸ ਪ੍ਰਾਣੀ ਨੂੰ, ਉਸ ਜੀਵ ਨੂੰ ਸਤਿਗੁਰੂ ਜੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹਨ, ਸਿੱਖੀ ਬਖਸ਼ਦੇ ਹਨ, ਨਾਮਦਾਨ ਦੀ ਬਖਸ਼ਿਸ਼ ਕਰਦੇ ਹਨ। ਨਹੀਂ ਤਾਂ ਬਾਕੀ ਦਿਆਂ ਨੂੰ ਦੁੱਧ ਪੁੱਤ ਮਾਣ ਵਡਿਆਈ ਧਨ ਦੌਲਤ ਦੇ ਕੇ ਉਹਦੇ ਵਿੱਚ ਹੀ ਲਾ ਛੱਡਦੇ ਹਨ।
ਭਾਗਾਂ ਵਾਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ, ਅੰਮ੍ਰਿਤ ਪਾਨ ਕੀਤਾ ਹੈ, ਗੁਰੂ ਵਾਲੇ ਬਣੇ ਹਨ। ਜਿਹੜੇ ਅਜੇ ਤੱਕ ਵਾਂਝੇ ਹਨ, ਮਨ ਬਣਾਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। 13 ਤਰੀਕ ਨੂੰ ਪ੍ਰਬੰਧਕ ਸੱਜਣ ਗੁਰਮੁਖ ਪਿਆਰਿਆਂ ਨੇ ਸੰਗਤ ਦੇ ਸਹਿਯੋਗ ਨਾਲ ਉਦਮ ਕੀਤਾ ਹੈ, ਅੰਮ੍ਰਿਤ ਪ੍ਰਚਾਰ ਹੋ ਰਿਹਾ ਹੈ। ਐਸਾ ਸ਼ੁਭ ਸਮਾਂ ਜੀਵਨ ਜ਼ਿੰਦਗੀ ਵਿੱਚ ਬਹੁਤ ਘੱਟ ਮਿਲਦਾ ਹੈ। ਇਹ ਸਮਾਂ ਇਹਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ, ਖੰਜਾਉਣਾ ਨਹੀਂ ਚਾਹੀਦਾ। ਜੀਵਨ ਜ਼ਿੰਦਗੀ ਵਿੱਚ ਐਸੇ ਪਵਿੱਤਰ ਸ਼ੁਭ ਸਮੇਂ ਕਿਤੇ ਕਿਤੇ ਹੀ ਪ੍ਰਾਪਤ ਹੁੰਦੇ ਹਨ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਦਾਸ ਨੂੰ ਹੁਕਮ ਹੋਇਆ ਸੀ 13 ਤਰੀਕ ਨੂੰ ਹਾਜ਼ਰ ਹੋਣ ਵਾਸਤੇ। ਸਾਧ ਸੰਗਤ ਜੀ, ਦਾਸ ਖਿਮਾ ਦਾ ਜਾਚਕ ਹੈ। ਹੱਥ ਜੋੜ ਕੇ ਪ੍ਰਬੰਧਕ ਸੱਜਣਾ ਅਤੇ ਆਪ ਸਾਧ ਸੰਗਤ ਪਾਸੋਂ, ਕਿਉਂਕਿ ਦਾਸ 7 ਤਰੀਕ ਸਵੇਰੇ ਅੰਮ੍ਰਿਤ ਵੇਲੇ ਵਾਪਸ ਹਰੀਆਂ ਵੇਲਾਂ ਜਾਣ ਵਾਸਤੇ ਤਿਆਰੀ ਹੈ, ਕਮਰ ਕੱਸੇ ਸਜਾਏ ਹਨ। ਆਪ ਗੁਰੂ ਰੂਪ ਸਾਧ ਸੰਗਤ ਪਾਸੋਂ ਵੀ ਆਗਿਆ ਚਾਹੁੰਦਾ ਹਾਂ ਅਤੇ ਖਿਮਾ ਬਖਸ਼ਿਸ਼ ਕਰਨੀ। ਦਾਸ 13 ਤਰੀਕ ਨੂੰ ਇੱਥੇ ਆਪ ਜੀ ਦੇ ਦਰਸ਼ਨ ਨਹੀਂ ਕਰ ਸਕਦਾ। ਅੱਜ ਆਪ ਜੀ ਦੇ ਜੋ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਦਾਸ ਆਪਣੇ ਧਨ ਭਾਗ ਸਮਝਦਾ ਹੈ। ਪ੍ਰਬੰਧਕਾਂ ਨੇ ਪ੍ਰੇਰਣਾ ਕਰਕੇ, ਹੁਕਮ ਦੇ ਕੇ ਅਤੇ ਸੁਨੇਹਾ ਭੇਜ ਕੇ ਆਪ ਜੀ ਦੇ ਦਰਸ਼ਨ ਕਰਵਾਏ ਹਨ। ਪ੍ਰਬੰਧਕ ਸੱਜਣ ਗੁਰਮੁਖ ਪਿਆਰੇ, ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਦਾਸ ਧੰਨਵਾਦੀ ਹੈ। ਗਰੀਬਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸੇਵਾ ਕਰਨ ਦੇ ਹੋਰ ਉਦਮ ਬਲ ਬੁੱਧ ਬਖਸ਼ਿਸ਼ ਕਰਨ। ਸਾਰੀ ਸੰਗਤ ਨੂੰ, ਸਾਰੇ ਪ੍ਰਬੰਧਕ ਸੇਵਾਦਾਰਾਂ ਨੂੰ ਆਪਣੇ ਦਰੋਂ ਘਰੋਂ ਸਤ ਸੰਤੋਖ ਮਹਾਰਾਜ ਬਖਸ਼ਿਸ਼ ਕਰਨ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਦਾਸ ਇਹਨਾਂ ਸ਼ਬਦਾਂ ਨਾਲ ਹੀ ਖਿਮਾ ਦਾ ਜਾਚਕ ਹੈ। ਗੁਰੂ ਰੂਪ ਸਾਧ ਜੀ ਦਾਸ ਦੀ ਇਹਨਾਂ ਸ਼ਬਦਾਂ ਨਾਲ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਮੁਆਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।